ਜੇ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਇਹ ਗੱਲ ਕਹਿ ਸਕਦਾ ਹੈ ਤੇ ਛੋਟੇ ਬੰਦੇ ਨੂੰ ਕਹਿਣ ਦਾ ਕੀ। ਉਹ ਆਪ ਕੁਰਸੀਆਂ ਡਾਹ ਕੇ ਫਿਰ ਅਸੀਂ ਸਾਡੇ ਭੇਡ ਚੱਲ ਪਈ ਅਗਲੀਆਂ ਕੁਰਸੀਆਂ ਤੇ ਮੈਂ ਬਹਿਣਾ। ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਅਖਬਾਰੀ ਸੱਤ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ। ਅੱਜ 15 ਅਗਸਤ 2020 ਤੇ ਅਸੀਂ 74ਵਾਂ ਜਿਹੜਾ ਸਾਡਾ ਆਜ਼ਾਦੀ ਦਿਵਸ ਆ ਮਨਾ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ। ਆਜ਼ਾਦੀ ਦਿਵਸ ਮਨਾ ਰਹੇ ਹਾਂ ਬਠਿੰਡੇ ਦਾ ਜੋਗਰਸ ਪਾਰਕ ਦੇ ਵਿੱਚ ਕੰਟੀਨ ਦੇ ਕੋਲ ਸੱਤ ਤੇ ਸੱਤ ਵਾਲੇ ਸਾਥੀ ਸਾਰੇ ਜਣੇ ਉਹੀ ਗੱਲ ਵੀ ਆਉਂਦੇ ਨੇ, ਜੋਗਿੰਗ ਕੀਤੀ, ਸਾਈਕਲਿੰਗ ਕੀਤੀ, ਫਿਰ ਇੱਥੇ ਚਾਹ ਦੀਆਂ ਚੁਸਕੀਆਂ ਤੇ ਨਾਲ ਗੱਲਾਂ ਬਾਤਾਂ। ਤਾਂ ਬੜੇ ਸਿਆਣੇ ਬੰਦੇ ਸਾਡੇ ਨਾਲ ਆਉਂਦੇ ਨੇ, ਬੈਠਦੇ ਨੇ, ਆਪਾਂ ਉਹਨਾਂ ਦੇ ਵਿਚਾਰਾਤ ਨੇ ਉਹ ਜਾਣਦੇ ਹਾਂ। ਕਿਉਂਕਿ ਸਮਾਜ ਦੇ ਵਿੱਚ ਜੋ ਹੁੰਦਾ ਹਰ ਬੰਦਾ ਬੜਾ ਉਹਨੂੰ ਧਿਆਨ ਨਾਲ ਘੋਖਦਾ, ਜਾਂਚਦਾ ਅਤੇ ਉਹਦੇ ਨਾਲ ਬੰਦੇ ਨੂੰ ਕਈ ਵਾਰੀ ਚਿੰਤਾ ਵੀ ਹੁੰਦੀ ਹੈ ਯਾਰ ਵੀ ਸਮਾਜ 'ਚ ਕੀ ਹੋ ਰਿਹਾ, ਅਤੇ ਚਿੰਤਨ ਵੀ ਕਰਦਾ ਬੰਦਾ ਵੀ ਯਾਰ ਕਿਵੇਂ ਹੋ ਰਿਹਾ, ਕੀ ਹੋਣਾ ਚਾਹੀਦਾ। ਤਾਂ ਹਰੇਕ ਬੰਦੇ ਦੇ ਆਪੋ ਆਪਣੇ ਵਿਚਾਰ ਹੁੰਦੇ ਨੇ ਅਤੇ ਕੋਸ਼ਿਸ਼ ਇਹ ਹੁੰਦੀ ਹੈ ਕਿ ਉਹ ਵਿਚਾਰ ਜਿਹੜੇ ਨੇ ਉਹ ਤੁਹਾਡੇ ਤੱਕ ਪਹੁੰਚਾਏ ਜਾਣ। ਪਹੁੰਚਾਉਣ ਤੋਂ ਪਹਿਲਾਂ ਕਿਹੜੇ ਬੰਦੇ ਦੇ ਕੀ ਵਿਚਾਰ ਹੈ ਤਾਂ ਉਸ ਬੰਦੇ ਦਾ ਨਾਮ ਕੀ ਹੈ। ਤਾਰੁਫ। ਕੁਲਬੀਰ ਸਿੰਘ। ਦੀਪਕ ਬਾਂਸਲ ਜੀ। ਬਾਂਸਲ ਸਾਹਿਬ ਆਮ ਆਦਮੀ ਪਾਰਟੀ ਤੋਂ ਇੱਥੇ MLA ਦੀ ਹੈ ਜਿਹੜੀ ਇਲੈਕਸ਼ਨ ਇਹਨਾਂ ਨੇ ਲੜੇ ਸੀ। ਅਸ਼ਵਨੀ ਕੁਮਾਰ ਬਾਂਸਲ। ਸ਼ਕਤੀ ਗੋਇਲ। ਗੁਰਵਿੰਦਰ ਸ਼ਰਮਾ। ਸੁਰਿੰਦਰ ਸਿੰਘ ਮਾਨ ਜੀ। ਰਵਿੰਦਰ ਸਿੰਘ ਮਾਨ। ਦੋਨੋਂ ਮਾਨ ਸਾਹਿਬ ਦੀ ਜੇ ਮੈਂ ਗੱਲ ਕਰਾਂ ਤਾਂ ਇਹ ਐਜੂਕੇਸ਼ਨ ਖੇਤਰ ਨਾਲ ਜੁੜੇ ਹੋਏ ਨੇ। ਇਹ ਜਿਸ ਤਰ੍ਹਾਂ ਰਵਿੰਦਰ ਸਿੰਘ ਮਾਨ ਜੀ ਨੇ ਇਹ ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਨੇ ਅਤੇ ਉਹ ਸਾਡੇ ਸੇਮਾ ਹਾਂਜੀ ਸਰਕਾਰੀ ਹਾਈ ਸਕੂਲ ਸੇਮਾ ਦੇ ਵਿੱਚ ਇਹ ਹੈੱਡ ਮਾਸਟਰ ਨੇ। ਤਾਂ ਦੀਪਕ ਜੀ ਨੂੰ ਆਪਾਂ ਪੁੱਛਦੇ ਹਾਂ ਕਿਉਂਕਿ ਆਮ ਆਦਮੀ ਪਾਰਟੀ ਤੋਂ ਤੁਸੀਂ ਪਿਛਲੀ ਵਾਰੀ MLA ਦੀਆਂ ਸੀਟਾਂ ਟਿਕਟ 'ਤੇ ਵੀ ਖੜ੍ਹੇ ਹੋਏ ਸੀਗੇ। ਬ੍ਰਦਰ, ਕੀ ਤੁਹਾਨੂੰ ਲੱਗਦਾ ਵੀ ਵਾਕਈ ਹੀ ਅਸੀਂ ਲੋਕ ਆਜ਼ਾਦ ਹੋ ਗਏ? ਦੇਖੋ ਜੀ, 74ਵੇਂ ਆਜ਼ਾਦੀ ਦਿਹਾੜੇ 'ਤੇ ਸਭ ਤੋਂ ਪਹਿਲਾਂ ਤਾਂ ਸਾਰੇ ਤੁਹਾਡੇ ਵਿਊਅਰਸ ਨੂੰ ਇਸ ਆਜ਼ਾਦੀ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ, ਵਧਾਈਆਂ। 74 ਸਾਲਾਂ ਦੇ ਵਿੱਚ ਇਹ ਨਹੀਂ ਹੈ ਕਿ ਸਾਡੇ ਮੁਲਕ ਨੇ ਤਰੱਕੀ ਨਹੀਂ ਕੀਤੀ। ਸਾਡੇ ਮੁਲਕ ਨੇ ਬਹੁਤ ਤਰੱਕੀ ਕੀਤੀ ਹੈ। ਅਸੀਂ ਕਾਫੀ ਤਰ੍ਹਾਂ ਦੀਆਂ ਆਜ਼ਾਦੀਆਂ ਵੀ ਮਾਣ ਰਹੇ ਹਾਂ ਜੀ। ਕੋਈ ਵਕਤ ਹੁੰਦਾ ਸੀ ਜਦੋਂ ਸਾਡੇ ਦੇਸ਼ ਕੋਲੇ ਖਾਣ ਵਾਸਤੇ ਅਨਾਜ ਨਹੀਂ ਹੁੰਦਾ ਸੀ। ਸਾਡੇ ਟੈਕਨੋਲੋਜੀਕਲੀ ਅਸੀਂ ਬਿਲਕੁਲ ਜ਼ੀਰੋ ਸੀਗੇ। ਅੱਜ ਅਸੀਂ ਫੂਡ ਸਰਪਲਸ ਹੈ। ਸਾਡੀ ਸਪੇਸ ਟੈਕਨੋਲੋਜੀ ਦੇ ਵਿੱਚ ਵੀ ਅਸੀਂ IT ਫਾਰਮਾਂ ਦੇ ਵਿੱਚ ਵੀ ਅਸੀਂ ਬਹੁਤ ਚੰਗਾ ਗਰੋ ਕੀਤਾ ਹੈ। ਇੰਡਸਟਰੀਅਲੀ ਵੀ ਅਸੀਂ ਵਧੇ ਹਾਂ। ਲੇਕਿਨ ਪਿਛਲੇ 25-30 ਸਾਲ ਤੋਂ ਜਿਹੜੀ ਸਾਡੀ ਪੋਲੀਟਿਕਸ ਹੈ ਉਹ ਬਿਜ਼ਨਸ ਓਰੀਐਂਟਡ ਹੋ ਗਈ। ਸਾਡੇ ਲੀਡਰਸ ਜਿਹੜੇ ਹੈਗੇ ਆ ਉਹਨਾਂ ਨੇ ਰਾਜਨੀਤੀ ਨੂੰ ਇੱਕ ਵਪਾਰ ਬਣਾ ਲਿਆ, ਧੰਦਾ ਬਣਾ ਲਿਆ, ਜਿਹਦੇ ਕਰਕੇ ਸਾਨੂੰ ਜੋ ਤਰੱਕੀ ਹੋਣੀ ਚਾਹੀਦੀ ਸੀ, ਸਾਡੀ ਜੋ ਡਿਵੈਲਪਮੈਂਟ ਹੋਣੀ ਚਾਹੀਦੀ ਸੀ, ਉਹ ਡਿਵੈਲਪਮੈਂਟ ਨਹੀਂ ਹੋ ਸਕੀ। ਜੇ ਸਾਡੇ ਪੋਲੀਟੀਸ਼ੀਅਨ ਪਿਛਲੇ 25-30 ਸਾਲ ਤੋਂ ਰਾਜਨੀਤੀ ਨੂੰ ਸਾਫ਼ ਰੱਖਦੇ, ਉਹਨੂੰ ਵਪਾਰ ਨਾ ਬਣਾਉਂਦੇ, ਤਾਂ ਅੱਜ ਪਿਕਚਰ ਕੁਛ ਹੋਰ ਹੋਣੀ ਸੀ। ਤਾਂ ਇਸ ਵੇਲੇ ਜਿਹੜੇ ਸਾਡੇ ਦੇਸ਼ ਦੇ ਲੋਕ ਨੇ ਉਹ ਇਕਨੋਮਿਕਲੀ ਅਤੇ ਸੋਸ਼ਲੀ ਓਨੇ ਆਜ਼ਾਦ ਨਹੀਂ ਹੈ ਜਿੰਨੇ ਉਹਨਾਂ ਨੂੰ ਹੋਣਾ ਚਾਹੀਦਾ ਸੀ। ਇਹਦਾ ਇੱਕੋ ਹੀ ਤਰੀਕਾ ਹੈ ਕਿ ਅਗਰ ਸਾਡੀ ਰਾਜਨੀਤੀ ਨੂੰ ਬਿਜ਼ਨਸ ਤੋਂ ਦੂਰ ਕਰ ਦਿੱਤਾ ਜਾਵੇ, ਕਰਪਸ਼ਨ ਇਸ ਦੇਸ਼ 'ਚੋਂ ਖਤਮ ਕਰ ਦਿੱਤੀ ਜਾਵੇ, ਤਾਂ ਕਾਫੀ ਹੱਦ ਤੱਕ ਅਸੀਂ ਜਿਹੜੀ ਆਜ਼ਾਦੀ ਆ ਉਹਨੂੰ ਪੂਰਨ ਆਜ਼ਾਦੀ ਮੰਨ ਸਕਾਂਗੇ, ਮਨਾ ਸਕਾਂਗੇ। ਬਿਲਕੁਲ। ਦੇਖੋ ਇਹ ਗੱਲ ਬਿਲਕੁਲ ਇਹਨਾਂ ਨੇ ਸਹੀ ਕੀਤੀ ਵੀ ਜਿਹੜਾ ਪਿਛਲੇ 25-30 ਸਾਲਾਂ ਤੋਂ ਜਿਹੜਾ ਆ ਅਸੀਂ ਜਿਹੜੇ ਸਾਡੇ ਨੇਤਾ ਲੋਕ ਆ ਅਸੀਂ ਉਹਨਾਂ ਦੇ ਗੁਲਾਮ ਹੋ ਕੇ ਰਹਿ ਗਏ ਹਾਂ। ਅਤੇ ਕੀ ਤੁਸੀਂ ਕਹੋਗੇ ਕੁਲਬੀਰ ਜੀ? ਹਾਂਜੀ, ਸਭ ਤੋਂ ਪਹਿਲਾਂ ਤਾਂ ਸਾਰੇ ਦੇਸ਼ ਨੂੰ ਮੇਰੇ ਵੱਲੋਂ 74ਵੇਂ ਆਜ਼ਾਦੀ ਦਿਵਸ ਦੀਆਂ ਸਭ ਨੂੰ ਵਧਾਈਆਂ। ਥੋੜ੍ਹਾ ਉੱਚੀ ਬੋਲੀਓ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀਰ ਜੀ, ਅਸੀਂ ਕੋਈ ਬਾਹਲੀ ਤਰੱਕੀ ਨਹੀਂ ਕੀਤੀ। ਅਸੀਂ ਪਹਿਲਾਂ ਗੋਰਿਆਂ ਦੇ ਗੁਲਾਮ ਸੀ, ਹੁਣ ਕਾਲਿਆਂ ਦੇ ਗੁਲਾਮ ਹੋ ਗਏ। ਚਾਈਨਾ ਸਾਡੇ ਨਾਲੋਂ ਬਾਅਦ 'ਚ ਆਜ਼ਾਦ ਹੋਇਆ ਹੈ। ਉਹਦਾ ਹਰ ਸੂਈ ਤੋਂ ਲੈ ਕੇ ਮੇਰੇ ਹਿਸਾਬ ਨਾਲ ਮੋਬਾਈਲ ਕੀ, ਘੜੀਆਂ ਕੀ, ਆਪਦਾ ਮਤਲਬ ਛੋਟੇ ਤੋਂ ਛੋਟਾ ਪ੍ਰੋਜੈਕਟ ਚਾਈਨੀ ਮਾਲ ਸਾਨੂੰ ਵੇਚ ਰਿਹਾ ਜੀ। ਅਸੀਂ ਜਿੰਨੇ ਪ੍ਰੋਜੈਕਟ ਲਾਏ ਆ ਬਾਹਰਲੀਆਂ ਕੰਪਨੀਆਂ ਤੋਂ ਲੈ ਕੇ ਲਾ ਰਹੇ ਹਾਂ। ਜੋ ਵੀ ਹੈ ਜਿਹੜਾ ਸਾਡੇ ਕੋਲ ਮਾੜਾ ਮੋਟਾ ਜਿਹੜੇ ਪ੍ਰੋਜੈਕਟ ਅਸੀਂ ਲਾਏ ਸੀ ਉਹ ਅਸੀਂ ਵੇਚੀ ਜਾਂਦੇ। ਸਾਰੇ ਪ੍ਰੋਜੈਕਟ ਅਸੀਂ ਵੇਚ ਕੇ ਪ੍ਰਾਈਵੇਟ ਕੰਪਨੀਆਂ ਨੂੰ ਦੇਈ ਜਾ ਰਹੇ ਹਾਂ। ਅਸੀਂ ਆਪਦੀਆਂ ਜਿਹੜੇ ਉੱਥੇ ਵਿਚਾਰੇ ਰੁਜ਼ਗਾਰ ਲੈ ਰਹੇ ਸੀ ਉਹਨਾਂ ਦੀਆਂ ਪੋਸਟਾਂ ਵਾਲਿਸ਼ ਕਰਕੇ ਦੱਸੋ ਜੀ, ਸਾਰਿਆਂ ਦਾ ਸਾਰਾ
ਧੰਦਾ ਚੌਪਟ ਕਰ ਰਹੇ ਹਾਂ। ਕਿਸੇ ਨੂੰ ਖਾਣ ਨੂੰ ਮੈਨੂੰ ਲੱਗਦਾ ਅੱਜ ਅਸੀਂ ਐਡੇ ਭੈੜੇ ਹਾਲਤ 'ਚ ਹੈ ਵੀ ਕਿਸੇ ਕੋਲੇ ਕੋਈ ਰੁਜ਼ਗਾਰ ਨਹੀਂ। ਦੱਸੋ ਇਹ ਕਾਹਦੀ ਆਜ਼ਾਦੀ ਹੈ ਜੀ? ਲੋਕਾਂ ਦਾ ਗਲਾ ਘੁੱਟ ਰਹੇ ਆ ਸਰਕਾਰਾਂ। ਟੈਕਸ ਅਸੀਂ ਮਚਸ ਤੇ ਦੇ ਰਹੇ ਹਾਂ ਔਰ ਸਰਕਾਰਾਂ ਨੇ 47 ਤੋਂ ਲੈ ਕੇ ਲੋਕਾਂ ਲਈ ਕੀਤਾ ਕੀ ਹੈ? ਇੱਕ ਨਵਾਂ ਪੈਸਾ ਵੀ ਲਾਇਆ ਹੋਵੇ। ਸੜਕਾਂ ਬਣਾਉਣੀਆਂ ਜਾਂ ਇਹਨੂੰ ਅਸੀਂ ਤਰੱਕੀ ਨਹੀਂ ਕਹਿ ਸਕਦੇ ਜੀ। ਬਿਲਕੁਲ ਇਹ ਵੀ ਗੱਲ ਠੀਕ ਹੈ ਵੀ ਕੱਲੀਆਂ ਸੜਕਾਂ ਬਣਾਉਣੀਆਂ, ਪੁਲ ਬਣਾਉਣਾ, ਅਸੀਂ ਉਹਨੂੰ ਆਜ਼ਾਦੀ ਨਹੀਂ ਕਹਿ ਸਕਦੇ। ਵਾਕਈ ਕੀ ਹੈ ਵੀ ਜੇ ਅਸੀਂ ਆਜ਼ਾਦ ਹੋਏ ਹਾਂ ਤਾਂ ਸਾਡੇ ਰੋਜ਼ਗਾਰ ਹੈ ਨਹੀਂ। ਮੇਨ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਰੋਟੀ, ਕੱਪੜਾ ਤੇ ਮਕਾਨ, ਉਹ ਮੈਨੂੰ ਲੱਗਦਾ ਕਿਸੇ ਨੂੰ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਮਿਲੇ ਨੇ। ਅਸੀਂ ਗੁਲਾਮ ਹੋਏ ਹਾਂ ਸਾਡੇ ਹੀ ਨੇਤਾ ਲੋਕਾਂ ਦੇ ਪਿਛਲੇ 20-25 ਸਾਲਾਂ ਤੋਂ, ਜਿਸ ਤਰ੍ਹਾਂ ਮਿਸਟਰ ਬੰਸਲ, ਦੀਪਕ ਬੰਸਲ ਹੋਰਾਂ ਨੇ ਕਿਹਾ। ਕੀ ਕਹਿਣਾ ਗੁਰਿੰਦਰ? ਬਿਲਕੁਲ ਜੀ, ਮੈਂ ਉਸੇ ਗੱਲ ਦੀ ਪ੍ਰੋੜਤਾ ਕਰਦਾ ਅੱਗੇ ਇਸੇ ਗੱਲ ਨੂੰ ਕਿ ਠੀਕ ਹੈ, ਅਸੀਂ ਕਹਿਣ ਨੂੰ ਆਜ਼ਾਦ ਹਾਂ, ਅਸੀਂ ਆਜ਼ਾਦੀ ਦੇ ਜਸ਼ਨ ਵੀ ਮਨਾ ਰਹੇ ਹਾਂ, ਅਸੀਂ ਲਿਖਦੇ ਵੀ ਹਾਂ ਕਿ ਅਸੀਂ ਆਜ਼ਾਦ ਮੁਲਕ ਹੈ ਸਾਡਾ। ਲੇਕਿਨ ਉਹ ਆਜ਼ਾਦੀ ਜਿਹੜੀ ਚਾਹੀਦੀ ਸੀ, ਜਿਨ੍ਹਾਂ ਦੀ ਖਾਤਰ ਸਾਡੇ ਦੇਸ਼ ਭਗਤਾਂ ਨੇ, ਸਾਡੇ ਜਿਹੜੇ ਆਜ਼ਾਦੀ ਦੇ ਸੂਰਮੇ ਸੀਗੇ, ਉਹਨਾਂ ਨੇ ਆਪਦੀਆਂ ਜ਼ਿੰਦਗੀਆਂ ਵਾਰਤੀਆਂ, ਉਹਨਾਂ ਨੇ ਐਡੇ ਸੰਘਰਸ਼ ਕੀਤੇ, ਉਹ ਆਜ਼ਾਦੀ ਤੋਂ ਹਜੇ ਅਸੀਂ ਕੋਹਾਂ ਦੂਰ ਹਾਂ। 75 ਸਾਲ ਨੂੰ ਢੁੱਕ ਰਹੇ ਹਾਂ, 74 ਸਾਲ ਹੋ ਗਏ ਨਾ, ਤੇ ਇੱਕ ਪੂਰੀ ਸਦੀ ਕੰਪਲੀਟ ਹੋ ਰਹੀ ਆ ਇਹ, ਕਿਉਂਕਿ ਅੱਗੇ ਦੀ ਅੱਗੇ ਵੱਧਦੇ ਤੁਰੇ ਜਾ ਰਹੇ ਹਾਂ ਅਸੀਂ। ਪਰ ਅਸੀਂ ਅੱਜ ਵੀ ਜਿਹੜਾ ਹੈਗਾ ਗੁਲਾਮ ਹੈ, ਚਾਹੇ ਉਹ ਮਾਨਸਿਕ ਤੌਰ 'ਤੇ ਹੈ, ਚਾਹੇ ਉਹ ਬੋਲਣ ਦੇ ਤੌਰ 'ਤੇ ਹੈ, ਲਿਖਣ ਦੇ ਤੌਰ 'ਤੇ ਹੈ, ਆਪਦੇ ਹੱਕ ਮੰਗਣ ਦੇ ਤੌਰ 'ਤੇ ਹੈ, ਅਸੀਂ ਅੱਜ ਵੀ ਗੁਲਾਮ ਹੈ। ਅਸੀਂ ਠੀਕ ਹੈ, ਅੰਗਰੇਜ਼ ਚਲੇ ਗਏ, ਉਸ ਟਾਈਮ ਜਿਹੜੀ ਉਹਨਾਂ ਨੇ ਡਿਵੈਲਪਮੈਂਟ ਕੀਤੀ ਹੈ ਉਹੀ ਉਸੇ ਨੂੰ ਅਸੀਂ ਅੱਗੇ ਤੋਰੀ ਜਾਂਦੇ ਹਾਂ। ਨਵੀਂ ਤਾਂ ਸਾਡੇ ਤੋਂ ਇਹ ਲਾ ਲਓ ਵੀ ਹਜੇ ਆਪਣਾ ਰਾਜਪੁਰੇ ਤੋਂ ਚੰਡੀਗੜ੍ਹ ਤੱਕ ਰੇਲਵੇ ਲਾਈਨ ਹੀ ਨਹੀਂ ਪੂਰੀ ਹੋਈ। ਉਹਨਾਂ ਨੇ ਉੱਥੋਂ ਤੱਕ ਚੜ੍ਹਾਤੀਆਂ ਸੀਗੀਆਂ ਜਿੱਥੋਂ ਤੱਕ ਮੈਂ ਕਿਹਾ ਆਪਾਂ ਸੋਚਿਆ ਵੀ ਨਹੀਂ, ਕੀ ਕੁਛ ਨਹੀਂ ਕੀਤਾ। ਉਹਨਾਂ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਅੱਜ ਵੀ ਚੱਲੀ ਜਾਂਦੀਆਂ, ਕਿਉਂਕਿ ਉਹ ਕੰਮ ਨੂੰ ਦੇਖਦੇ ਸੀ ਵੀ ਆਹ ਬੰਦਾ ਕੰਮ ਕਰ ਸਕਦਾ, ਉਹ ਤੋਂ ਕੰਮ ਲਿਆ ਜਾਂਦਾ ਸੀ। ਉਹਦੇ ਉਲਟ ਹੁਣ ਕੀ ਹੋ ਗਿਆ ਵੀ ਜਿਹੜਾ ਕੰਮ ਕਰ ਸਕਦਾ ਹੈ ਉਹਦਾ ਤਾਂ ਸ਼ੋਸ਼ਣ ਹੋ ਰਿਹਾ, ਚਾਹੇ ਉਹ ਨੇਤਾ ਲੋਕ ਕਰ ਰਹੇ ਨੇ, ਕੋਈ ਪਾਵਰ 'ਚ ਬੈਠੇ ਲੋਕ ਕਰ ਰਹੇ ਨੇ, ਕੋਈ ਅਫਸਰਸ਼ਾਹੀ ਜਿਹੜੀ ਹੈਗੀ ਉਹ ਕਰ ਰਹੀ ਹੈ, ਕੋਈ ਪੈਸੇ ਵਾਲੇ ਬੰਦੇ ਕਰ ਰਹੇ ਨੇ। ਅੱਜ ਦੀ ਡੇਟ 'ਚ ਜੇ ਕੋਈ ਆਪਦੇ ਜਮਹੂਰੀ ਹੱਕਾਂ ਲਈ ਲੜ ਰਿਹਾ, ਉਹਨੂੰ ਡੱਕ ਦਿੱਤਾ ਜਾਂਦਾ ਹੈ, ਉਹਨੂੰ ਇਹਦੀ ਜੇਲ੍ਹਾਂ, ਉਹਦੇ ਲਈ ਸਜ਼ਾਵਾਂ ਤੈਅ ਕੀਤੀਆਂ ਜਾਂਦੀਆਂ। ਅੱਜ ਜਿਹੜਾ ਗਰੀਬ ਤਬਕਾ ਜਾਂ ਜਿਹੜੇ ਦਿਹਾੜੀਦਾਰ ਲੋਕ ਨੇ, ਜਿਹੜੇ ਮਿਹਨਤਕਸ਼ ਲੋਕ ਨੇ, ਉਹਨਾਂ ਨੂੰ ਤਾਂ ਭਰ ਪੇਟ ਰੋਟੀ ਨਹੀਂ ਮਿਲਦੀ, ਉਹਨਾਂ ਨੂੰ ਤਾਂ ਕੁੱਲੀ ਜੁੱਲੀ ਦਾ ਹੀ ਨਹੀਂ ਪੂਰਾ ਹੋ ਰਿਹਾ ਸੁਪਨਾ। ਤਾਂ ਸੁਪਨੇ ਜਿਹੜੇ ਲਏ ਸੀ ਭਗਤ ਸਿੰਘ ਵਰਗਿਆਂ ਨੇ, ਉਹ ਤਾਂ ਇਸ ਆਜ਼ਾਦੀ ਦੇ ਹੈ ਹੀ ਨਹੀਂ ਸੀ। ਉਹ ਤਾਂ ਕਹਿੰਦੇ ਸੀ ਵੀ ਅਸੀਂ ਪੂਰਨ ਤੌਰ 'ਤੇ ਉਦੋਂ ਆਜ਼ਾਦ ਹੋਵਾਂਗੇ ਜਦੋਂ ਹਰ ਮਨੁੱਖ ਦੀ ਜ਼ਰੂਰਤ ਹੈ ਜਿਹੜੀ ਉਹ ਪੂਰੀ ਹੋ ਜਾਵੇਗੀ, ਹਰ ਇੱਕ ਮਨੁੱਖ ਨੂੰ ਸਮਾਜ ਦੇ ਵਿੱਚ ਬਰਾਬਰ ਦੇ ਅਧਿਕਾਰ ਮਿਲਣਗੇ। ਪਰੰਤੂ ਅਧਿਕਾਰ ਕੌਣ ਲੈ ਰਹੇ ਨੇ? ਵੱਡੇ ਲੋਕ, ਚਾਹੇ ਉਹ ਪਾਵਰ ਵਾਲੇ ਆ, ਚਾਹੇ ਅਫਸਰ ਨੇ, ਚਾਹੇ ਕੋਈ ਵੀ ਹੈ। ਉਹਨਾਂ ਨੂੰ ਤਾਂ ਆਲਰੇਡੀ ਉਹ ਤਾਂ ਇੰਨਾ ਕੁਛ ਕਰਕੇ, ਕ੍ਰਾਈਮ ਕਰਕੇ ਵੀ ਆਜ਼ਾਦ ਨੇ। ਤੇ ਸਾਡੇ ਲੋਕ ਇੱਕ ਆਵਾਜ਼ ਇੱਥੇ ਚੌਂਕ 'ਚ ਖੜ੍ਹ ਕੇ ਇੱਕ ਨਾਅਰਾ ਬੁਲੰਦ ਕਰਦੇ ਗਏ ਅਸੀਂ ਕਿ ਚਾਹੇ ਇਨਕਲਾਬ ਜਿੰਦਾਬਾਦ ਵੀ ਕਹਿ ਦਈਏ, ਉਹਨੂੰ ਵੀ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਵੀ ਇਹ ਕਿਹੜਾ ਇਨਕਲਾਬ ਦੀ ਗੱਲ ਕਰ ਰਿਹਾ, ਜਾਂ ਕਿਸੇ ਦੇ ਲਈ ਹੱਕ ਮੰਗਿਆ ਜਾਵੇ, ਕਿਸੇ ਦੀ ਰੋਜੀ ਰੋਟੀ ਲਈ ਆਵਾਜ਼ ਉਠਾਈ ਜਾਂਦੀ ਹੈ ਤਾਂ ਉਹ ਵੀ ਬੰਦ ਕਰ ਦਿੱਤੀ ਜਾਂਦੀ ਹੈ। ਈਵਨ ਕਿ ਜੇ ਮੈਂ ਹੁਣ ਇੱਥੇ ਸੋਸ਼ਲ ਮੀਡੀਆ 'ਤੇ ਵੀ ਬੋਲਦਾ ਕਿ ਅਸੀਂ ਆਜ਼ਾਦ ਨਹੀਂ ਹੈਗੇ, ਇਹਦੇ 'ਤੇ ਵੀ ਕਿਤੇ ਨਾ ਕਿਤੇ ਪਾਬੰਦੀਆਂ ਲੱਗੀਆਂ ਕਿ ਅਸੀਂ ਨਹੀਂ ਬੋਲ ਸਕਦੇ, ਤਾਂ ਫਿਰ ਅਸੀਂ ਆਜ਼ਾਦ ਕਿਵੇਂ ਹੋ ਸਕਦੇ ਹਾਂ? ਠੀਕ ਹੈ, ਅਸੀਂ ਆਜ਼ਾਦੀ ਮੰਨਦੇ ਹਾਂ ਕਿ ਅੰਗਰੇਜ਼ਾਂ ਤੋਂ ਆਜ਼ਾਦ ਹੋ ਗਏ, ਅਸੀਂ ਆਪਦੇ ਹੀ ਲੋਕਾਂ ਦੇ, ਆਪਦੇ ਹੀ ਸੱਤਾ 'ਚ ਬੈਠੇ ਲੋਕਾਂ ਦੇ, ਜਾਂ ਜਿਹੜੇ ਧਨਾੜ ਲੋਕ ਆ ਉਹਨਾਂ ਦੇ ਅਸੀਂ ਗੁਲਾਮ ਹੋ ਚੁੱਕੇ ਹਾਂ। ਬਿਲਕੁਲ। ਪਤਾ ਕੀ ਹੋਇਆ, ਅਸੀਂ ਆਜ਼ਾਦ ਕਿਸ ਤਰੀਕੇ ਨਾਲ ਹੋਏ? ਅਸੀਂ ਉਹਨਾਂ ਲੋਕਾਂ ਤੋਂ, ਜਿਹੜੇ ਬਾਹਰਲੇ ਲੋਕ ਸੀ, ਗੋਰੇ ਲੋਕ ਜਿਹੜੇ ਕਹਿੰਦੇ ਨੇ, ਉਹਨਾਂ ਤੋਂ ਅਸੀਂ ਆਜ਼ਾਦ ਹੋ ਗਏ। ਬਿਲਕੁਲ ਸਹੀ ਗੱਲ ਹੈ, ਇਹਦੇ ਵਿੱਚ ਕੋਈ ਵੀ ਸ਼ੱਕ ਨਹੀਂ। ਅਸੀਂ ਆਜ਼ਾਦ ਹੋਏ। ਅਸੀਂ ਗੁਲਾਮ ਕਿਹਨਾਂ ਦੇ ਹੋਏ? ਪਹਿਲਾਂ ਇਹ ਸੀ ਵੀ ਬਾਹਰਲਾ ਸਾਨੂੰ ਆ ਕੇ ਮਾਰ ਕੇ ਜਾਂਦਾ ਸੀ। ਅਸੀਂ ਗੁਲਾਮ ਉਹਨਾਂ ਧਨਾੜਾਂ ਦੇ ਹੋ ਗਏ, ਉਹਨਾਂ ਨੇਤਾ ਲੋਕਾਂ ਦੇ ਹੋ ਗਏ ਜਿਹੜੇ ਸਾਡੀ ਧੌਣ 'ਤੇ ਗੋਡਾ ਰੱਖ ਦਿੰਦੇ ਆ। ਅਸੀਂ ਉਹਨਾਂ ਦੇ ਗੁਲਾਮ ਹੋ ਗਏ। ਸੋਸ਼ਲ ਮੀਡੀਆ ਕਹਿ ਲਈਏ ਜਾਂ ਅਸੀਂ ਪ੍ਰੈਸ ਨੂੰ ਕਹਿ ਦਈਏ ਵੀ ਚੌਥਾ ਥੰਮ ਮੰਨਦੇ ਨੇ, ਤੇ ਉਹਨੂੰ ਆਜ਼ਾਦੀ ਨਹੀਂ ਹੈਗੀ ਬੋਲਣ ਦੀ। ਜਿਹੜਾ ਬੰਦਾ ਥੋੜ੍ਹਾ ਜਿਹਾ ਬੋਲਦਾ, ਸੱਚ ਬੋਲਦਾ, ਉਹਨਾਂ ਦੇ ਚੈਨਲ ਬੰਦ ਕਰਾ ਦਿੱਤੇ ਜਾਂਦੇ ਆ। ਇਹ ਇਸ ਤਰੀਕੇ ਦੀ ਆਜ਼ਾਦੀ ਮੈਨੂੰ ਨਹੀਂ ਸਮਝ ਆਈ ਮਾਨ ਸਾਹਿਬ ਕਿ ਵਾਕਈ ਹੀ ਅਸੀਂ ਆਜ਼ਾਦ ਹੋਏ ਹਾਂ। ਗੱਲ ਜੋ ਸਾਡੇ ਵੱਡੇ ਵਡੇਰਿਆਂ ਨੇ ਕੁਰਬਾਨੀਆਂ ਦਿੱਤੀਆਂ ਸੀ, ਉਹਨਾਂ ਦਾ ਮੁੱਲ ਨਹੀਂ ਪਿਆ ਜੀ, ਕਿਉਂਕਿ ਜੋ ਉਮੀਦਾਂ ਸੀ ਉਹਨਾਂ ਨੂੰ ਵੀ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਆਜ਼ਾਦ ਹੋ ਕੇ ਬੜੀ ਉਹਨਾਂ ਨੂੰ ਸਹੂਲਤਾਂ ਮਿਲਣਗੀਆਂ, ਉਹ ਨਹੀਂ ਮਿਲ ਸਕੀਆਂ। ਭਾਵੇਂ ਅਸੀਂ ਐਜੂਕੇਸ਼ਨ ਪੱਖੋਂ ਲੈ ਲਈਏ, ਸਿਹਤ ਪੱਖੋਂ ਲੈ ਲਈਏ, ਬਹੁਤ ਘੱਟ ਹੈ ਜਿਹੜੀਆਂ ਲੋਕਾਂ ਨੂੰ ਮਿਲ ਰਹੀਆਂ।
ਤਾਂ ਆਜ਼ਾਦੀ ਦੇ ਉੱਤੇ ਨੇਤਾ ਵੀ ਨਹੀਂ ਖਰੇ ਉਤਰੇ। ਉਹਨਾਂ ਨੂੰ ਲੱਗਿਆ ਕਿ ਜੇ ਅਸੀਂ ਇਹਨਾਂ ਨੂੰ ਆਜ਼ਾਦੀ ਦੇ ਦਿਆਂਗੇ ਤਾਂ ਸਾਨੂੰ ਆਜ਼ਾਦੀ ਜਿਹੜੀ ਸਾਡੀ ਘਟ ਜਾਣੀ ਹੈ। ਪਰ ਮੈਂ ਹਮੇਸ਼ਾ ਲੋਕਾਂ ਨੂੰ ਵੀ ਇਹੀ ਗੱਲ ਕਹਾਂਗਾ ਕਿ ਆਜ਼ਾਦੀ ਲਈ ਜਾਂਦੀ ਹੈ, ਮਿਲਦੀ ਨਹੀਂ। ਕਿਉਂਕਿ ਤੁਸੀਂ ਵੀ ਜੋ ਇਲੈਕਸ਼ਨਾਂ ਆਉਂਦੀਆਂ ਉਦੋਂ ਇਹ ਚੁਣ ਲੈਂਦੇ ਹੋ ਕਿ ਇਹ ਪਾਰਟੀ ਹੁਣ ਪਤਾ ਨਹੀਂ ਚੰਗਾ ਕੰਮ ਕਰੂਗੀ, ਪਹਿਲਾਂ ਵਾਲੀ ਪਾਰਟੀ ਠੀਕ ਨਹੀਂ ਸੀ। ਪਰ ਉੱਥੇ ਵੀ ਸਾਨੂੰ ਜਿਹੜੀਆਂ ਮਿਹਨਤ ਨਾਲ ਆਪਦਾ ਕੰਮ ਕਰਨਾ ਚਾਹੀਦਾ, ਚੰਗੇ ਬੰਦਿਆਂ ਨੂੰ ਅੱਗੇ ਲਿਆਉਣਾ ਚਾਹੀਦਾ ਤਾਂ ਕਿ ਸਾਡਾ ਦੇਸ਼ ਅੱਗੇ ਜਾ ਸਕੇ। ਭਾਵੇਂ ਬਥੇਰਾ ਕੁਛ ਅੱਗੇ ਨਾਲੋਂ ਬਹੁਤ ਕੁਛ ਹੋਇਆ, ਪਰ ਉਹ ਜਿੰਨਾ ਚਿਰ ਸਾਡੇ ਬੱਚਿਆਂ ਨੂੰ ਰੁਜ਼ਗਾਰ ਨਹੀਂ ਮਿਲੂਗਾ ਉਹਨੂੰ ਅਸੀਂ ਪੂਰਨ ਤੌਰ 'ਤੇ ਅਸੀਂ ਇਹੀ ਸਮਝਾਂਗੇ ਕਿ ਸਾਨੂੰ ਚੰਗੀ ਤਰ੍ਹਾਂ ਆਜ਼ਾਦੀ ਨਹੀਂ ਮਿਲੀ। ਸਰਕਾਰਾਂ ਨੂੰ ਵੀ ਚਾਹੀਦਾ ਕਿ ਬੱਚਿਆਂ ਵਾਸਤੇ ਵੱਧ ਤੋਂ ਵੱਧ ਰੁਜ਼ਗਾਰ ਪੈਦਾ ਕਰਨ, ਮਹਿਸੂਸ ਹੋਵੇ ਸਾਡੀ ਜਨਤਾ ਨੂੰ ਕਿ ਸਰਕਾਰ ਸਾਡੇ ਵਾਸਤੇ ਕੁਝ ਕਰ ਰਹੀ ਹੈ। ਬਿਲਕੁਲ ਇਹ ਸਾਨੂੰ ਮਹਿਸੂਸ ਹੋਣਾ ਚਾਹੀਦਾ ਕਿ ਸਾਡੀ ਸਰਕਾਰ ਸਾਡੇ ਲਈ ਕੁਝ ਕਰ ਰਹੀ ਹੈ। ਕਾਹਦੀ ਆਜ਼ਾਦੀ? ਤੁਸੀਂ ਨਿਰਭਇਆ ਕਾਂਡ ਵੀ ਦੇਖਿਆ ਹੋਣਾ ਹੈ। ਤੁਸੀਂ ਕਿਹੜੀਆਂ ਕੁੜੀਆਂ ਜਿਹੜੀਆਂ ਆਜ਼ਾਦ ਇੱਥੇ ਘੁੰਮ ਸਕਦੀਆਂ ਸਾਡੇ ਹੀ ਦੇਸ਼ ਦੇ ਵਿੱਚ, ਸਾਡੇ ਹੀ ਲੋਕਾਂ ਤੋਂ, ਸਾਡੀਆਂ ਹੀ ਧੀਆਂ ਭੈਣਾਂ ਨੂੰ ਇਹ ਡਰ ਲੱਗਿਆ ਰਹਿੰਦਾ ਵੀ ਯਾਰ ਵੀ ਕਿਤੇ ਸਾਡੀ ਧੀ ਭੈਣ ਜਿਹੜੀ ਆ ਉਹ ਬਾਜ਼ਾਰ ਦੇ ਵਿੱਚ ਜਾਏਗੀ ਤੇ ਕੋਈ ਮਾੜਾ ਅਨਸਰ ਨਾ ਆਵੇ। ਇਹ ਆਜ਼ਾਦੀ ਨਹੀਂ ਸਾਨੂੰ। ਅਸੀਂ ਹਲੇ ਵੀ ਜਿਹੜਾ ਬੜੇ ਜ਼ਿਆਦਾ ਉਲਝੇ ਹੋਏ ਆ। ਸਾਨੂੰ ਆਜ਼ਾਦੀ ਕੀ ਕਹੋਗੇ? ਸਰ ਜੀ ਉਹਨਾਂ ਵਿਰੁੱਧ ਸਖਤ ਆਪਣਾ ਉਠਾਉਣੇ ਚਾਹੀਦੇ ਕਦਮ। ਜਿਹੜੇ ਬੰਦੇ ਅਜੇ ਕਾਂਡ ਕਰਦੇ ਆ ਉਹਨਾਂ ਨੂੰ ਤਕੜੀ ਤੋਂ ਤਕੜੀ ਸਜ਼ਾ ਦੇਣ ਤਾਂ ਕਿ ਦੂਸਰਿਆਂ ਨੂੰ ਲੈਸਨ ਮਿਲੇ ਵੀ ਉਹ ਅਜੇ ਕਾਂਡ ਨਾ ਕਰਨ। ਹਾਂਜੀ, ਗੱਲ ਉਹੀ ਹੈ। ਅਸੀਂ ਕਹਿ ਰਹੇ ਹਾਂ ਵੀ ਹੋਣਾ ਚਾਹੀਦਾ ਇੱਦਾਂ, ਪਰ ਸਾਡੀਆਂ ਸਰਕਾਰਾਂ ਉਸ ਵੇਲੇ ਬੜੇ ਵੱਡੇ ਕਦਮ ਵੀ ਕਹਿ ਦੇਣਗੀਆਂ ਵੀ ਅਸੀਂ ਚੱਕਦੇ ਹਾਂ, ਪਰ ਉਹ ਲੋਕ ਚੁੱਕਦੇ ਨਹੀਂ। ਪਰ ਉਹੀ ਗੱਲ ਕਿ ਵਾਕਈ ਹੀ ਮੇਰਾ ਤਾਂ ਸਿਰਫ ਇੰਨਾ ਸਵਾਲ ਹੈ ਕਿ ਵਾਕਈ ਹੀ ਅਸੀਂ ਜਿਹੜਾ ਮਨਾ ਰਹੇ ਹਾਂ ਵੀ ਅਸੀਂ ਜੀ ਆਜ਼ਾਦ ਹੋ ਗਏ ਹਾਂ 74ਵਾਂ, ਸਾਰੇ ਜਣੇ ਇੱਕ ਦੂਸਰੇ ਨੂੰ ਵਧਾਈਆਂ ਵੀ ਦੇ ਰਹੇ ਆ, ਝੰਡੇ ਵੀ ਫਹਿਰਾਏ ਜਾ ਰਹੇ ਨੇ, ਤੇ ਕੀ ਲੱਗਦਾ ਵੀ ਆਜ਼ਾਦ ਹੋ ਗਏ? ਦੇਖੋ ਗੱਲ ਇਹ ਆ ਭਾਈ ਸਾਹਿਬ, ਆਜ਼ਾਦ ਹੋਣਾ ਵੀ ਬਹੁਤ ਵੱਡੀ ਗੱਲ ਹੈ। ਜਿਹਦੇ ਪਿੱਛੇ ਬਹੁਤ ਕੁਰਬਾਨੀਆਂ ਲੱਗੀਆਂ ਤਾਂ ਆਪਾਂ ਸਟੇਜ 'ਤੇ ਪਹੁੰਚੇ ਆ। ਇਹ ਪਹਿਲਾ ਸਟੇਜ ਸੀ ਇਹ ਜੀ। ਹੁਣ ਆਪਾਂ ਆਜ਼ਾਦ ਹੋਏ ਆ, ਹਾਲੇ ਵੀ ਬਹੁਤ ਦੇਸ਼ਾਂ ਤੋਂ ਪਿੱਛੇ ਹੈ ਜੀ। ਨਿੱਕੇ ਮੁਲਕ ਆਪਣੇ ਤੋਂ ਬਹੁਤ ਅੱਗੇ ਹੈ। ਚਾਹੇ ਆਪਾਂ ਟੈਕਨੋਲੋਜੀ ਦੀ ਗੱਲ ਕਰੀਏ, ਚਾਹੇ ਆਪਾਂ ਕੋਈ ਨਿੱਕੇ ਤੋਂ ਨਿੱਕਾ ਸਮਾਨ ਵੀ ਮੰਗਾਉਣਾ ਹੈ, ਕੋਈ ਜਹਾਜ਼ ਮੰਗਾਉਣਾ ਹੈ ਚਲੋ ਫਰਾਂਸ ਤੋਂ, ਕੋਈ ਹੋਰ ਚੀਜ਼ ਬਣਾਉਣੀ ਹੈ ਚਲੋ ਫਲਾਣੇ ਮੁਲਕ ਤੋਂ। ਕੀ ਆਪਣੇ ਐਡਾ ਵੱਡਾ ਦੇਸ਼ ਕੋਈ ਆਪਣੇ ਟੈਕਨੋਲੋਜੀ ਵੀ ਸਾਰੀ ਕਰ ਸਕਦੇ? ਬਾਈ ਆਪਾਂ ਇੰਨੇ ਸਾਲਾਂ 'ਚ ਆਪਾਂ ਹਰ ਚੀਜ਼ ਬਾਹਰੋਂ ਮੰਗਾਉਣ ਦੀ ਗੱਲ ਕਰਦੇ ਹਾਂ। ਆਪਾਂ ਇੰਡੀਆ 'ਚ ਕੋਈ ਨਹੀਂ ਬਣ ਸਕਦੀ। ਬਟ ਇਹਦਾ ਰੀਜ਼ਨ ਆਪਾਂ ਐਡੀ ਵੱਡਾ ਦੇਸ਼ ਹੈ, ਇੰਨੀ ਆਬਾਦੀ 135 ਕਰੋੜ ਦੀ ਆਬਾਦੀ ਹੈ, ਤਾਂ ਆਪਾਂ ਇੱਥੇ ਵੀ ਸਭ ਕੁਝ ਹੋ ਸਕਦਾ ਹੈ। ਲੇਕਿਨ ਥੋੜ੍ਹਾ ਜਿਹਾ ਦੇਸ਼ ਭਗਤੀ ਦਾ ਜਜ਼ਬਾ ਚਾਹੀਦਾ ਹੈ। ਦੇਸ਼ ਦੇ ਪ੍ਰਤੀ ਆਪਾਂ ਨੂੰ ਇਮਾਨਦਾਰ ਹੋਣਾ ਚਾਹੀਦਾ ਹੈ। ਚਾਹੇ ਆਪਾਂ ਹੁਣ ਮੈਡਲ ਦੀ ਗੱਲ ਕਰੀਏ, ਜਿੱਥੇ ਖੇਲਾਂ ਹੁੰਦੀਆਂ ਤਾਂ ਆਪਣਾ ਕਿਤੇ ਨੰਬਰ ਹੀ ਨਹੀਂ ਹੁੰਦਾ, ਬਹੁਤ ਪਿੱਛੇ ਨੰਬਰ ਹੁੰਦਾ ਹੈ। ਛੋਟੇ ਕੰਟਰੀ ਆਪਾਂ ਨੂੰ ਕਿਤੇ ਅੱਗੇ ਹੁੰਦੇ ਆ। ਬੜੇ ਸ਼ਰਮ ਦੀ ਗੱਲ ਆਪਾਂ ਨੂੰ ਮਹਿਸੂਸ ਹੁੰਦੀ ਹੈ, ਐਡਾ ਵੱਡਾ ਕੰਟਰੀ ਆਪਣਾ ਮੈਡਲਾਂ ਦੇ ਨਾਮ ਬਿਲਕੁਲ ਥੱਲੇ ਹੁੰਦਾ ਹੈ। ਇੱਕ ਇਹਨਾਂ ਨੇ ਜਿਹੜੀ ਗੱਲ ਕਹੀ, ਇੱਕ ਤਾਂ ਇਹ ਕਹੀ ਵੀ ਚਲੋ ਠੀਕ ਹੈ ਵੀ ਸਾਡਾ ਨਾਂ ਜਿਹੜਾ ਸਭ ਤੋਂ ਥੱਲੇ ਹੁੰਦਾ, ਦੂਜਾ ਨੇ ਕਿਹਾ ਵੀ ਦੇਸ਼ ਭਗਤੀ ਦਾ ਜਿਹੜਾ ਜਜ਼ਬਾ ਹੋਣਾ ਚਾਹੀਦਾ। ਹੁਣ ਇੱਥੇ ਪ੍ਰੋਬਲਮ ਕੀ ਹੈ? ਪ੍ਰੋਬਲਮ ਇਹ ਵੀ ਇੱਥੇ ਦੇਸ਼ ਭਗਤੀ ਨਹੀਂ, ਜੇਬ ਭਰਤੀ ਉਹਦਾ ਜਿਹੜਾ ਜਜ਼ਬਾ ਹੈ ਨਾ ਉਹ ਸਾਰਿਆਂ 'ਚ ਜ਼ਿਆਦਾ। ਸਾਡੇ ਨੇਤਾ ਲੋਕਾਂ 'ਚ ਵੀ ਇਹੀ ਹੈ ਵੀ ਯਾਰ ਅਸੀਂ ਦੇਸ਼ ਭਗਤੀ ਨੂੰ ਭਾਵੇਂ ਸਾਈਡ 'ਤੇ ਰੱਖ ਦਈਏ, ਠੀਕ ਹੈ ਵੀ ਅਸੀਂ ਮਨਾ ਲਈਏ ਇਹ ਸਾਰੇ ਦਿਹਾੜੇ, ਪਰ ਜਿਹੜੀ ਅਸੀਂ ਜੇਬ ਭਰਤੀ ਦੀ ਗੱਲ ਕਰਦੇ ਨਾ ਉੱਥੇ ਇਹ ਜਿਹੜੀਆਂ ਦੇਸ਼ ਭਗਤੀਆਂ ਤੇ ਇਹ ਉਹ ਸਭ ਖੁੱਡੇ ਲੱਗ ਜਾਂਦੀਆਂ। ਕੀ ਕਹਿਣਾ? ਚਲੋ ਦੇਖੋ ਜੀ, ਆਪਣਾ ਸਾਰੇ ਵਿਚਾਰ ਹਾਂ ਕੋਈ ਗੱਲ ਨਹੀਂ ਵੀ ਸਰਕਾਰ ਨੇ ਜਿਹੜਾ ਇਹਦੇ 'ਚ ਕੋਈ ਸ਼ੱਕ ਨਹੀਂ ਵੀ ਸਰਕਾਰ ਨੇ ਜਿਹੜਾ ਹੈਗਾ ਦੇਸ਼ ਭਗਤਾਂ ਦੇ ਲਈ, ਲੋਕਾਂ ਦੇ ਲਈ ਕੁਝ ਕਮੀਆਂ ਰਹੀਆਂ ਹੈਗੀਆਂ, ਕੰਮ ਨਹੀਂ ਕੀਤੇ ਹੈਗੇ ਆ। ਪਰ ਆਪਾਂ ਨੂੰ ਵੀ ਸਾਰਿਆਂ ਨੂੰ ਇਕੱਲਾ ਸਰਕਾਰਾਂ 'ਤੇ ਹੀ ਡਿਪੈਂਡ ਨਹੀਂ ਰਹਿਣਾ ਚਾਹੀਦਾ। ਆਪਾਂ ਨੂੰ ਵੀ ਆਪਣੇ ਯਤਨ ਕਰਨੇ ਚਾਹੀਦੇ ਹੈਗੇ ਆ ਵੀ ਆਪਾਂ ਆਪਣੇ ਕੰਮ ਚੰਗੀ ਤਰ੍ਹਾਂ ਕਰੀਏ, ਇੱਕ ਚੰਗੇ ਇਨਸਾਨ ਬਣੀਏ। ਸਿਰਫ ਸਰਕਾਰਾਂ 'ਤੇ ਹੀ ਡਿਪੈਂਡ ਨਾ ਰਹੀਏ ਵੀ ਉਹੀ ਕਰਨਗੀਆਂ ਤਾਂ ਫੇਰ ਹੀ ਕੰਮ ਹੋਣਗੇ। ਤੇ ਇੱਕ ਚੰਗੇ ਜਿਹੜਾ ਹੈਗਾ ਸਮਾਜ ਦੇ ਜਿਹੜੇ ਹੈਗੇ ਆ ਹਿੱਸਾ ਬਣ ਕੇ ਸਾਰੇ ਕੰਮ ਕਰੀਏ। ਬਿਲਕੁਲ ਠੀਕ ਹੈ ਤੁਹਾਡੀ ਗੱਲ, ਪਰ ਦੇਖੋ ਅਸੀਂ ਡਿਪੈਂਡੈਂਟ ਸਰਕਾਰ 'ਤੇ ਸਾਨੂੰ ਹੋਣਾ ਪੈਣਾ, ਕਿਉਂਕਿ ਜੇ ਸਰਕਾਰ ਕੋਈ ਇੰਡਸਟਰੀ ਲਾਏਗੀ ਤਾਂ ਅਸੀਂ ਨੌਕਰੀ ਕਰਾਂਗੇ ਨਾ। ਹੁਣ ਸਾਡੇ ਕੋਲ ਤਾਂ ਇੰਨਾ ਪੈਸਾ ਹੈ ਨਹੀਂ ਵੀ ਅਸੀਂ ਕੋਈ ਲਾ ਲਈ ਇੰਡਸਟਰੀ ਲਾ ਲਈ ਤਾਂ ਉਹਦੇ 'ਚ ਰੋਜ਼ਗਾਰ, ਕਿਉਂਕਿ ਰੋਜ਼ਗਾਰ ਸਾਨੂੰ ਕਿੰਨੇ ਦੇਣਾ? ਸਰਕਾਰਾਂ ਨੇ ਰੋਜ਼ਗਾਰ ਦੇਣਾ। ਪਰ ਅਸੀਂ ਇਹ ਚਲੋ ਇੱਕ ਗੱਲ ਹੋਰ ਮੈਂ ਦੀਪਕ ਜੀ ਤੁਹਾਨੂੰ ਪੁੱਛਣਾ ਚਾਹੂੰਗਾ ਵੀ ਅਸੀਂ ਲੋਕ ਹੁਣ ਜਿਵੇਂ ਸਾਰੇ ਇਹਨੂੰ ਮਨਾ ਰਹੇ ਹਰੇਕ ਜਗ੍ਹਾ 'ਤੇ ਸੁਤੰਤਰਤਾ ਦਿਵਸ ਹੈ, ਤੇ ਨੇਤਾ ਲੋਕ ਨੇ ਜਿਹੜੇ ਉਹ ਝੰਡੇ ਲਹਿਰਾ ਰਹੇ, ਫਹਿਰਾ ਰਹੇ ਨੇ।
ਜਿਹੜੇ ਲੋਕ ਜਿਨ੍ਹਾਂ ਨੇ ਸਾਡੇ ਲਈ ਘਾਲਣਾ ਘਾਲੀ ਸਾਨੂੰ ਆਜ਼ਾਦ ਕਰਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ, ਜਿਨ੍ਹਾਂ ਨੇ ਤਸੀਹੇ ਝੱਲੇ ਬਹੁਤ ਜ਼ਿਆਦਾ, ਉਹਨਾਂ ਦੇ ਜਿਹੜੇ ਪਰਿਵਾਰ ਨੇ, ਉਹਨਾਂ ਨੂੰ ਜਦੋਂ ਕੋਈ ਇੱਦਾਂ ਦਾ ਕੋਈ ਤਿਉਹਾਰ ਆਉਂਦਾ, ਇੱਦਾਂ ਦਾ ਕੋਈ ਦਿਨ ਆਉਂਦਾ, ਤਾਂ ਇੱਕ ਲੋਈ ਤੇ ਇੱਕ ਡੱਬਾ ਬਰਫੀ ਦਾ ਹੁੰਦਾ ਕਿ ਲੱਡੂਆਂ ਦਾ ਹੁੰਦਾ, ਉਹ ਉਹਨਾਂ ਨੂੰ ਦੇ ਦਿੱਤਾ ਜਾਂਦਾ। ਈਵਨ ਕਿ ਲਾਸਟ ਈਅਰ ਕੀ ਹੋਇਆ ਸੀ, ਬਠਿੰਡੇ ਦੇ ਸਟੇਡੀਅਮ ਦੇ ਵਿੱਚ ਇਹਨਾਂ ਜਿਹੜੇ ਸੁਤੰਤਰਤਾ ਸੈਨਾਨੀ ਦੇ ਟੱਬਰ ਸੀ, ਉਹਨਾਂ ਨੇ ਬਾਈਕਾਟ ਕਰਤਾ ਸੀ ਵੀ ਅਸੀਂ ਨਹੀਂ ਲੈਣਾ ਉਹਨਾਂ ਰਹੇ। ਕਿ ਇਹ ਨਹੀਂ ਚਾਹੀਦਾ ਵੀ ਇਹ ਜਿਹੜੇ ਝੰਡੇ ਫਹਿਰਾਏ ਜਾਂਦੇ ਨੇ ਇਹ ਉਹਨਾਂ ਦੇ ਪਰਿਵਾਰਾਂ 'ਚੋਂ ਫਹਿਰਾਏ ਜਾਣ, ਉਹ ਰੁਲਦੇ ਰਹਿੰਦੇ ਨੇ। ਦੇਖੋ ਜਿਹੜੇ ਸ਼ਹੀਦ ਹੁੰਦੇ ਆ ਉਹ ਕੌਮ ਦੇ ਸਰਮਾਏ ਹੁੰਦੇ ਆ ਜੀ, ਔਰ ਉਹਨਾਂ ਦੀ ਮਾਣ ਇੱਜ਼ਤ ਕਰਨਾ, ਉਹਨਾਂ ਦਾ ਨਾਮ ਕਰਨਾ, ਇਹ ਸਾਡੇ ਸਾਰਿਆਂ ਦਾ ਫਰਜ਼ ਬਣਦਾ, ਖਾਸ ਕਰ ਸਰਕਾਰਾਂ ਦਾ ਫਰਜ਼ ਇਹ ਬਣਦਾ ਕਿ ਉਹਨਾਂ ਨੂੰ ਬਣਦਾ ਮਾਨ ਸਨਮਾਨ ਜਿਹੜਾ ਹੈਗਾ ਉਹ ਮਿਲਣਾ ਚਾਹੀਦਾ ਜੀ, ਚਾਹੇ ਉਹ ਫਾਈਨੈਂਸ਼ੀਅਲੀ ਹੋਵੇ ਚਾਹੇ ਸੋਸ਼ਲੀ ਹੋਵੇ, ਉਹਨਾਂ ਨੂੰ ਉਹ ਮਾਨ ਸਨਮਾਨ ਦੇਣਾ ਬਹੁਤ ਜ਼ਰੂਰੀ ਹੈ। ਤਾਂ ਹੀ ਉਹਨਾਂ ਨੂੰ ਦੇਖ ਕੇ ਅੱਗੇ ਲੋਕ ਪ੍ਰੇਰਿਤ ਹੋਣਗੇ ਇਸ ਦੇਸ਼ ਦੀ ਹਿਫਾਜ਼ਤ ਕਰਨ ਵਾਸਤੇ। ਜੇ ਉਹੀ ਲੋਕ ਰੁਲੀ ਗਏ, ਉਹਨਾਂ ਨੂੰ ਕੋਈ ਦੇਖਣ ਵਾਲਾ ਨਹੀਂ, ਕੋਈ ਪੁੱਛਣ ਵਾਲਾ ਨਹੀਂ, ਕੋਈ ਉਹਨਾਂ ਦੀ ਮਾਨ ਇੱਜ਼ਤ ਕਰਨ ਵਾਲਾ ਨਹੀਂ, ਤਾਂ ਇਸ ਦੇਸ਼ ਦੇ ਨੂੰ ਅੱਗੇ ਵਧਾਉਣ ਵਾਸਤੇ, ਉਹਨੂੰ ਸੰਭਾਲਣ ਵਾਸਤੇ ਤੇ ਬਾਰਡਰਾਂ ਦੇ ਉੱਤੇ ਆਪਦੀਆਂ ਜਾਨਾਂ ਦੇਣ ਵਾਸਤੇ ਲੋਕਾਂ ਨੇ ਅੱਗੇ ਨਹੀਂ ਆਉਣਾ। ਇਸ ਕਰਕੇ ਬੜੇ ਸ਼ਰਮ ਦੀ ਗੱਲ ਹੈ ਜਿਹੜੀਆਂ ਮੌਕੇ ਦੀਆਂ ਸਰਕਾਰਾਂ ਨੇ ਕਿ ਉਹ ਆਪਦੇ ਸ਼ਹੀਦਾਂ ਨੂੰ ਮਾਨ ਸਨਮਾਨ ਨਹੀਂ ਦਿੰਦੀਆਂ। ਜਿੱਦਣ ਬੰਦਾ ਸ਼ਹੀਦ ਹੁੰਦਾ ਉਸ ਦਿਨ ਵੱਡੀਆਂ ਵੱਡੀਆਂ ਅਨਾਊਂਸਮੈਂਟਸ ਕਰ ਦਿੱਤੀਆਂ ਜਾਂਦੀਆਂ, ਲੇਕਿਨ ਉਦੋਂ ਬਾਅਦ ਵੀ ਜਿਹੜਾ ਹੈਗਾ ਸਿਸਟਮ ਉਹਨਾਂ ਦਾ ਖਰਾਬ ਰਹਿੰਦਾ ਪਰਿਵਾਰਾਂ ਦਾ। ਅਸੀਂ ਆਪ ਕਈ ਵਾਰ ਜਾ ਕੇ ਵਿਜ਼ਿਟ ਕਰਕੇ ਆਉਂਦੇ ਹਾਂ ਫੈਮਲੀਜ਼, ਕਿਉਂਕਿ ਅਕਸਰ ਜਿਹੜੇ ਸਾਡੇ ਪਹਿਲਾਂ ਤਾਂ ਚਲੋ ਸਾਰੇ ਗਰੀਬ ਸੀ, ਜਦੋਂ ਸਾਡੀ ਦੇਸ਼ ਦੀ ਆਜ਼ਾਦੀ ਹੋਈ ਉਦੋਂ ਸਾਡੇ ਜਿਨ੍ਹਾਂ ਨੇ ਆਜ਼ਾਦੀਆਂ ਵਾਸਤੇ ਆਪਣੀਆਂ ਜਾਨਾਂ ਦਿੱਤੀਆਂ ਉਹ ਗਰੀਬ ਸੀਗੇ, ਲੇਕਿਨ ਹੁਣ ਵੀ ਸਾਡੇ ਦੇਸ਼ ਦੇ ਬਾਰਡਰਸ ਦੇ ਉੱਤੇ ਜਿਹੜੇ ਸਾਡੇ ਫੌਜੀ ਸ਼ਹੀਦ ਹੁੰਦੇ ਆ ਉਹ ਮੋਸਟਲੀ ਗਰੀਬ ਪਰਿਵਾਰਾਂ ਦੇ ਮੁੰਡੇ ਹੁੰਦੇ ਆ, ਨੌਜਵਾਨ ਮੁੰਡੇ ਹੁੰਦੇ ਆ, ਤੇ ਉਹ ਪਰਿਵਾਰ ਜਿਹੜੇ ਹੈਗੇ ਆ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਪਰਿਵਾਰ ਹੋਰ ਜ਼ਿਆਦਾ ਗਰੀਬ ਹੋ ਜਾਂਦਾ, ਹੋਰ ਖਰਾਬ ਹੋ ਜਾਂਦਾ। ਇਸ ਕਰਕੇ ਸਰਕਾਰ ਨੂੰ ਕੋਈ ਇਹੋ ਜਿਹੀ ਪਾਲਿਸੀ ਬਣਾਉਣੀ ਚਾਹੀਦੀ ਹੈ ਜਿਹਦੇ ਵਿੱਚ ਕਿ ਉਹਨਾਂ ਦੀ ਫੈਮਲੀਜ਼ ਨੂੰ ਉਹਨਾਂ ਦੀ ਕੁਰਬਾਨੀ ਤੋਂ ਬਾਅਦ ਸੰਭਾਲਿਆ ਜਾ ਸਕੇ। ਬਿਲਕੁਲ, ਜਿਸ ਤਰ੍ਹਾਂ ਇਹਨਾਂ ਨੇ ਗੱਲ ਕੀਤੀ ਵੀ ਉਹਨਾਂ ਦੀ ਕੁਰਬਾਨੀ ਨੂੰ ਸੰਭਾਲਿਆ ਜਾ ਸਕੇ, ਪਰ ਸਾਡੇ ਦੇਸ਼ 'ਚ ਕੀ ਹੁੰਦਾ, ਸਾਡੇ ਦੇਸ਼ 'ਚ ਇਹ ਹੁੰਦਾ ਵੀ ਜਿਹੜਾ ਬੱਚਾ ਟਿਕਟੌਕ ਦੇ ਉੱਤੇ ਬਹੁਤ ਮਸ਼ਹੂਰ ਹੋ ਗਿਆ ਉਹਨੂੰ ਘਰ ਬਣਾ ਕੇ ਦਿੱਤਾ ਜਾਂਦਾ, ਤੇ ਜਿਹਦੇ ਪਿਓ ਦਾਦੇ ਨੇ ਸਾਡੇ ਲਈ ਘਾਲਣਾ ਘਾਲੀ, ਜਿਹਨੇ ਤਸ਼ੱਦਦਾਂ ਝੱਲੀਆਂ, ਉਹਨਾਂ ਨੂੰ ਕੋਈ ਰੋਜ਼ਗਾਰ ਨਹੀਂ, ਉਹ ਭੁੱਖੇ ਮਰਦੇ ਆ। ਤੇ ਇਹ ਸਾਡਾ ਜਿਹੜਾ ਸਿਸਟਮ ਹੈ, ਕੁਲਬੀਰ ਹੋਣੀ ਕੁਝ ਕਹਿਣਾ ਚਾਹ ਰਹੇ। ਕੁਲਬੀਰ ਜੀ, ਇਹ ਕਿਸ ਤਰੀਕੇ ਦਾ ਹੈ ਸਿਸਟਮ? ਐਕਚੁਅਲੀ ਜਿਹੜੇ ਸਾਡੇ ਸੁਤੰਤਰਤਾ ਸੰਗਰਾਮੀ ਆ ਉਹਨਾਂ ਨੂੰ ਇੱਕ ਲੱਕੜ ਦਾ ਟੁਕੜਾ ਦੇ ਦਿੰਦੇ ਆ। ਤੁਹਾਡੇ ਵਾਲੀ ਗੱਲ ਸੀ, ਮੈਂ ਇੱਥੇ ਦੇਖਿਆ ਉਹਨਾਂ ਨੂੰ ਮਾਨ ਸਨਮਾਨ ਤੁਸੀਂ ਉੱਥੇ ਕਹਿੰਦੇ ਲੋਈ ਤੇ ਡੱਬਾ ਦੇ ਦਿੰਦੇ ਆ, ਉੱਥੇ ਉਹਨਾਂ ਦੀ ਦੁਰਗਤੀ ਦੇਖਣ ਵਾਲੀ ਹੁੰਦੀ ਹੈ। ਪੁਲਿਸ ਧੱਕੇ ਮਾਰਦੇ ਪਿੱਛੇ ਬੈਠੇ ਹੁੰਦੇ, ਬਾਅਦ 'ਚ ਉਹਨਾਂ ਨੂੰ ਫਿਰ ਹੌਲੀ ਜਦੋਂ ਸਾਰੇ ਅਫਸਰਾਂ ਦਾ ਮਾਨ ਸਨਮਾਨ ਹੋ ਜਾਂਦਾ, ਜਿਹੜੇ ਉੱਥੇ ਨੇਤੇ ਹੋ ਜਾਂਦੇ, ਉਦੋਂ ਬਾਅਦ ਉਹਨਾਂ ਨੂੰ ਵਿਚਾਰਿਆਂ ਨੂੰ ਲਿਆਉਂਦੇ ਆ ਵੀ ਜਦੋਂ 10 ਕੁ ਜਣੇ ਰਹਿ ਗਏ ਵੀ ਹੁਣ ਇਹਨਾਂ ਨੂੰ ਸ਼ੌਲ ਦੇ ਦਿਓ। ਇੰਨੀ ਕੁ ਉਹਨਾਂ ਦੀ ਮਤਲਬ ਇੱਜ਼ਤ ਹੈ ਜਿਨ੍ਹਾਂ ਨੇ ਦੇਸ਼ ਯਾਦ ਕਰਾਇਆ, ਜਿਨ੍ਹਾਂ ਨੇ ਦੇਸ਼ ਦੀ ਖਾਤਰ ਪਤਾ ਨਹੀਂ ਜਜ਼ਬਾ ਅੱਜ ਵੀ ਹੈ ਲੋਕਾਂ 'ਚ। ਹੁਣ ਕਿਸੇ ਕੰਟਰੀ ਨਾਲ ਜਾਂ ਜੰਗ ਲੱਗਦੀ ਹੈ, ਸਾਡੇ ਲੋਕ ਆਮ ਲੋਕ ਵੀ, ਮੈਂ ਕਿਹਾ 71 ਦੀ ਜੰਗ ਹੋਵੇ ਤੇ ਰਫਲਾਂ ਲੈ ਕੇ ਆਪ ਉੱਠ ਗਏ ਸੀ, ਉੱਥੇ ਇੰਨਾ ਜਜ਼ਬਾ ਸੀ। ਪਰ ਸਰਕਾਰਾਂ ਨੇ ਆਪ ਦਾ ਰੋਲ ਬਿਲਕੁਲ ਨੈਗੇਟਿਵ ਨਿਭਾ ਰਹੀਆਂ ਜੀ। ਉਹਨਾਂ ਵਿਚਾਰਿਆਂ ਨੇ ਜਿਹੜੇ ਫੌਜੀ ਹੈ ਜਾਂ ਜਿਹੜੇ ਦੇਸ਼ ਦੀ ਆਜ਼ਾਦੀ 'ਚ ਆਪਦਾ ਰੋਲ ਪਾਇਆ ਉਹ ਰੁਲ ਰਹੇ ਨੇ ਵਿਚਾਰੇ। ਗਰੀਬੀ, ਅੱਤ ਦੀ ਗਰੀਬੀ ਹੈ, ਉਹ ਉਹਨਾਂ ਨੂੰ ਸਨਮਾਨਿਤ ਨਹੀਂ ਕਰਦੇ, ਉਹਨਾਂ ਨੂੰ ਅਪਮਾਨਿਤ ਕਰਦੇ ਆ ਇਹ ਉੱਥੇ ਜਾ ਕੇ। ਬਿਲਕੁਲ, ਇਹ ਵਾਕਈ ਗੱਲ ਸਹੀ ਹੈ, ਕਿਉਂਕਿ ਮੈਂ ਤਾਂ ਪਿਛਲੇ ਸਾਲ ਦੇਖਿਆ ਵੀ ਹੈ ਕਿ ਉਹਨਾਂ ਵਿਚਾਰਿਆਂ ਨੇ ਬਹੁਤ ਬੁਰਾ ਹਾਲ ਹੋਇਆ। ਉਹ ਬਾਹਰ ਜਾ ਕੇ ਪ੍ਰੈਸ ਨਾਲ ਗੱਲਬਾਤ ਕਰ ਰਹੇ ਆ, ਅਸੀਂ ਆਜ਼ਾਦ ਹੋਏ ਹਾਂ। ਮੈਨੂੰ ਨਹੀਂ ਸਮਝ ਆਉਂਦੀ ਵੀ ਕਿਸ ਤਰੀਕੇ ਨਾਲ ਅਸੀਂ ਆਜ਼ਾਦ ਹੋਏ ਹਾਂ। ਵਾਕਈ ਅਸੀਂ ਇਸ ਗੱਲ 'ਤੇ ਆਜ਼ਾਦ ਹੋਏ ਹਾਂ ਕਿ ਅਸੀਂ ਦੇਸ਼ ਭਗਤੀ ਨਹੀਂ, ਅਸੀਂ ਜੇਬ ਭਰਤੀ ਦੇ ਲਈ, ਅਸੀਂ ਜਿਹੜੇ ਸਾਡੇ ਵੱਡ ਵਡੇਰੇ ਲੋਕ ਨੇ, ਵੱਡੇ ਜਿਹੜੇ ਨੇਤਾ ਲੋਕ ਨੇ, ਵੱਡੇ ਵੱਡੇ ਬਿਜ਼ਨਸਮੈਨ ਲੋਕ ਨੇ, ਉਹ ਇਹਦੇ ਲਈ ਆਜ਼ਾਦ ਹੋਏ ਆ। ਅਸੀਂ ਉਵੇਂ ਹੀ ਮੈਨੂੰ ਲੱਗਦਾ ਗੁਲਾਮ ਆ, ਕਿਉਂਕਿ ਨਾ ਸਾਡੇ ਕੋਲ ਰੋਟੀ ਹੈ ਤੇ ਨਾ ਸਾਡੇ ਕੋਲ ਰਹਿਣ ਨੂੰ ਘਰ ਹੈ। ਰੋਟੀ, ਕੱਪੜਾ ਔਰ ਮਕਾਨ, ਇਹਦੀ ਹਲੇ ਵੀ ਸਾਡੇ ਕੋਲ ਕਿੱਲਤ ਹੈ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਆਪਾਂ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਇਹ ਗੱਲ ਕਹਿ ਸਕਦਾ ਹੈ ਤੇ ਛੋਟੇ ਬੰਦੇ ਨੂੰ ਕਹਿਣ ਦਾ ਕੀ? ਉਹ ਆਪ ਕੁਰਸੀਆਂ ਡਾਹ ਕੇ ਫਿਰ ਅਸੀਂ ਸਾਡੇ ਭੇਡ ਚੱਲ ਪਈ, ਅਗਲੀਆਂ ਕੁਰਸੀਆਂ ਤੇ ਮੈਂ ਬਹਿਣਾ।